ਹੈਲੋ ਵਿਊਅਰਸ, ਗੌਰਮੈਂਟ ਜੋਬ ਇਨਫੋ ਵਿੱਚੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਫਿਰ ਇੱਕ ਕੁਐਸਚਨ ਤੇ ਗੱਲ ਕਰਾਂਗੇ। ਕੁਐਸਚਨ ਹੈਗਾ ਸਾਡਾ, ਓਬਜੈਕਸ਼ਨ ਲਿਸਟ ਕੀ ਹੁੰਦੀ ਹੈ ਅਤੇ ਰਿਜੈਕਸ਼ਨ ਲਿਸਟ ਕੀ ਹੁੰਦੀ ਹੈ ਤੇ ਇਹਨਾਂ ਦੋਨਾਂ ਵਿੱਚੋਂ ਕੀ ਫ਼ਰਕ ਹੁੰਦਾ ਹੈ। ਤੇ ਤੀਜੀ ਗੱਲ ਜਿਹੜੀ ਹੈਗੀ, ਅਸੀਂ ਗੱਲ ਕਰਾਂਗੇ ਕਿ ਓਬਜੈਕਸ਼ਨ ਲਿਸਟਾਂ ਮੈਰਿਟ ਉੱਤੇ ਅਸਰ ਪਾਉਂਦੀਆਂ ਹਨ ਜਾਂ ਫਿਰ ਰਿਜੈਕਸ਼ਨ ਲਿਸਟਾਂ ਮੈਰਿਟ ਉੱਤੇ ਅਸਰ ਪਾਉਂਦੀਆਂ ਹਨ। ਸੋ ਦੋਸਤੋ, ਸਟਾਰਟ ਕਰਦੇ ਹਾਂ ਸਾਡੇ ਅੱਜ ਦੇ ਟੌਪਿਕ ਨੂੰ। ਸੋ ਵਿਊਅਰਸ, ਜਿਹੜੀ ਓਬਜੈਕਸ਼ਨ ਲਿਸਟਾਂ ਹੁੰਦੀਆਂ ਹਨ, ਅਸੀਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਓਬਜੈਕਸ਼ਨ ਲਿਸਟਾਂ ਉਹ ਹੁੰਦੀਆਂ ਹਨ ਜਿਹੜੇ ਕੈਂਡੀਡੇਟ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਆਪਣੇ ਡਾਕੂਮੈਂਟ ਵਿੱਚ ਕਮੀਆਂ ਛੱਡ ਕੇ ਆ ਜਾਂਦੇ ਹਨ ਅਤੇ ਬਾਅਦ ਵਿੱਚ ਡਿਪਾਰਟਮੈਂਟ ਉਹਨਾਂ ਕਮੀਆਂ ਨੂੰ ਉਹਨਾਂ ਨੂੰ ਪੂਰੀ ਕਰਨ ਲਈ ਕਹਿੰਦਾ ਹੈ ਅਤੇ ਇੱਕ ਲਿਸਟ ਰਿਲੀਜ਼ ਕਰਦਾ ਹੈ। ਜਿਹੜੀ ਲਿਸਟ ਰਿਲੀਜ਼ ਕਰਨ ਤੋਂ ਬਾਅਦ ਕੈਂਡੀਡੇਟ ਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਡਾਕੂਮੈਂਟਾਂ ਵਿੱਚੋਂ ਕੀ ਕਮੀ ਸੀ। ਜੇਕਰ ਡਾਕੂਮੈਂਟ ਜਮ੍ਹਾਂ ਕਰਵਾ ਕੇ ਕੈਂਡੀਡੇਟ ਆਪਣੀ ਓਬਜੈਕਸ਼ਨ ਨੂੰ ਕਲੀਅਰ ਕਰਵਾ ਲੈਂਦਾ ਹੈ ਤਾਂ ਉਸ ਨੂੰ ਐਲੀਜੀਬਲ ਮੰਨਿਆ ਜਾਂਦਾ ਹੈ। ਜੇਕਰ ਕੈਂਡੀਡੇਟ ਆਪਣੇ ਓਬਜੈਕਸ਼ਨ ਨੂੰ ਕਲੀਅਰ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਐਲੀਜੀਬਲ ਨਹੀਂ ਮੰਨਿਆ ਜਾਂਦਾ। ਸੋ ਦੋਸਤੋ, ਜਿਹੜੇ ਕੈਂਡੀਡੇਟਾਂ ਨੂੰ ਐਲੀਜੀਬਲ ਨਹੀਂ ਮੰਨਿਆ ਜਾਂਦਾ ਉਹਨਾਂ ਨੂੰ ਰਿਜੈਕਸ਼ਨ ਲਿਸਟਾਂ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਉਹ ਲਿਸਟ ਤਿਆਰ ਕੀਤੀ ਜਾਂਦੀਆਂ ਹਨ ਜਿਹੜੀਆਂ ਨੂੰ ਰਿਜੈਕਸ਼ਨ ਲਿਸਟ ਕਿਹਾ ਜਾਂਦਾ ਹੈ। ਸੋ ਦੋਸਤੋ, ਰਿਜੈਕਸ਼ਨ ਲਿਸਟ ਮੈਰਿਟ ਉੱਤੇ ਪੂਰਾ ਅਸਰ ਪਾਉਂਦੀਆਂ ਹਨ ਕਿਉਂਕਿ ਰਿਜੈਕਸ਼ਨ ਲਿਸਟ ਉਹ ਹੁੰਦੀਆਂ ਹਨ ਜਿਹੜੇ ਕੈਂਡੀਡੇਟ ਰਿਜੈਕਟ ਕਰ ਦਿੱਤੇ ਜਾਂਦੇ ਹਨ ਅਤੇ ਰਿਜੈਕਟ ਹੋਣ ਤੋਂ ਬਾਅਦ ਉਹਨਾਂ ਕੈਂਡੀਡੇਟਾਂ ਦੀ ਥਾਂ ਕੋਈ ਹੋਰ ਨਵੇਂ ਕੈਂਡੀਡੇਟ ਲੈ ਲੈਂਦੇ ਹਨ, ਜਿਨ੍ਹਾਂ ਦੀ ਲਿਸਟ ਬਾਅਦ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਅਤੇ ਉਸ ਲਿਸਟ ਨੂੰ ਦੁਬਾਰਾ ਕੈਂਡੀਡੇਟਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਦੁਬਾਰਾ ਕੀਤੀ ਜਾਂਦੀ ਹੈ। ਸੋ ਦੋਸਤੋ, ਜਿਹੜੀ ਰਿਜੈਕਸ਼ਨ ਲਿਸਟ ਹੈ ਉਹ ਮੈਰਿਟ ਉੱਤੇ ਜ਼ਰੂਰ ਅਸਰ ਪਾਉਂਦੀ ਹੈ। ਰਿਜੈਕਸ਼ਨ ਲਿਸਟ ਵਿੱਚ ਕੈਂਡੀਡੇਟ 100 ਵੀ ਹੋ ਸਕਦੇ ਹਨ, 200 ਵੀ, 300 ਵੀ ਅਤੇ ਜਾਂ ਇਸ ਤੋਂ ਵੱਧ ਵੀ। ਜੇਕਰ ਉਹ ਸੇਮ ਕੈਟੇਗਰੀ ਵਿੱਚ ਅਪਲਾਈ ਕਰਦੇ ਹਨ ਤਾਂ ਸੇਮ ਕੈਟੇਗਰੀ ਵਾਲੇ ਕੈਂਡੀਡੇਟਾਂ ਨੂੰ ਬੁਲਾਇਆ ਜਾਂਦਾ ਹੈ। ਜੇਕਰ ਉਹ ਸੇਮ ਕੈਟੇਗਰੀ ਵਿੱਚ ਸੋ ਦੋਸਤੋ, ਬੁਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਲਿਸਟ ਹੋਰ ਰਿਲੀਜ਼ ਕਰਨੀ ਪੈਂਦੀ ਹੈ, ਜਿਸ ਕਰਕੇ ਹੋਰ ਦੋਸਤਾਂ ਨੂੰ ਮੌਕਾ ਮਿਲ ਜਾਂਦਾ ਹੈ। ਸੋ ਇਹ ਫ਼ਰਕ ਸੀ ਦੋਨਾਂ ਵਿੱਚੋਂ। ਦੋਸਤੋ, ਅੱਜ ਅਸੀਂ ਬਤਾਉਣਾ ਸੀ ਕਿ ਓਬਜੈਕਸ਼ਨ ਲਿਸਟ ਅਤੇ ਰਿਜੈਕਸ਼ਨ ਲਿਸਟ ਦੋਨਾਂ ਵਿੱਚ ਇਹ ਫ਼ਰਕ ਹੁੰਦਾ ਹੈ। ਓਬਜੈਕਸ਼ਨ ਲਿਸਟ ਵਿੱਚ ਮੌਕਾ ਦਿੱਤਾ ਜਾਂਦਾ ਹੈ ਅਤੇ ਰਿਜੈਕਸ਼ਨ ਲਿਸਟ ਵਿੱਚ ਕੈਂਡੀਡੇਟ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਆਪਣੀ ਯੋਗਤਾ ਸਿੱਧ ਨਹੀਂ ਕਰ ਪਾਉਂਦੇ। ਦੋਸਤੋ, ਠੀਕ ਹੈ, ਅਸੀਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਂਦੇ ਹਾਂ। ਜਿਹੜੀ ਰਿਜੈਕਸ਼ਨ ਲਿਸਟ ਹੈ ਉਹ ਅਸੀਂ ਵੇਖੀ ਸੀ। ਆਹ ਦੇਖੋ ਦੋਸਤੋ, ਰਿਜੈਕਸ਼ਨ ਲਿਸਟ ਦਿਖਾਉਂਦੇ ਆ ਤੁਹਾਨੂੰ। ਆਹ ਰਿਜੈਕਸ਼ਨ ਲਿਸਟ ਹੈ ਦੋਸਤੋ, ਜਿਹਦੇ ਉੱਪਰ ਲਿਖਿਆ ਹੋਇਆ ਰਿਜੈਕਟਿਡ ਲਿਸਟ ਆਫ 899 ਪੋਸਟ ਆਫ ਬਾਰਡਰ ਏਰੀਆ ਮਾਸਟਰ ਕਾਡਰ। ਇਹ ਮਾਸਟਰ ਕਾਡਰ ਦੀ ਪੋਸਟਾਂ ਆਈਆਂ ਸੀ ਜਿਹੜੀ ਬੀਐਡ ਵਿੱਚ ਬਿਲੋਂਗ ਕਰਦੀ ਸੀ। ਸੋ ਦੋਸਤੋ, ਇਹ ਰਿਜੈਕਟਿਡ ਲਿਸਟਾਂ ਹਨ ਜਿਹੜੀ 899 ਵਿੱਚੋਂ ਆਈ ਸੀ। ਇਹਦੇ ਵਿੱਚੋਂ ਰਿਜੈਕਟਿਡ ਕਿਉਂ ਹੋਏ ਨੇ ਕੈਂਡੀਡੇਟ, ਉਹਨਾਂ ਦੇ ਰੀਜ਼ਨ ਇੱਥੇ ਲਿਖੇ ਹੋਏ ਨੇ। ਜਿਹੜੇ ਰੀਜ਼ਨ ਫਸਟ ਹੈ, ਜਿਹੜਾ ਅਸੀਂ ਰਿਮਾਰਕ ਕਰਦੇ ਹਾਂ, ਹੁਣ ਦੇਖੋ, ਇਹ ਦੇਖੋ ਰੀਜ਼ਨ ਦੋਸਤੋ। ਇਹ ਰੀਜ਼ਨ ਹੈਗਾ ਟੀਚਿੰਗ ਆਫ ਇੰਗਲਿਸ਼ ਨੋਟ ਸਟੱਡੀਡ ਇਨ ਬੀਐਡ। ਇਹ ਟੀਚਿੰਗ ਆਫ ਇੰਗਲਿਸ਼ ਦੀ ਪੋਸਟਾਂ ਸੀ ਅਤੇ ਇਸ ਕੈਂਡੀਡੇਟ ਨੇ ਟੀਚਿੰਗ ਆਫ ਇੰਗਲਿਸ਼ ਬੀਐਡ ਵਿੱਚ ਨਹੀਂ ਪੜ੍ਹੀ। ਸੋ ਦੋਸਤੋ, ਇਹ ਕੈਂਡੀਡੇਟ ਬਾਅਦ ਵਿੱਚ ਡਿਸਕੁਆਲੀਫਾਈ ਕਰ ਦਿੱਤਾ ਗਿਆ, ਇਸ ਨੂੰ ਰਿਜੈਕਟ ਕਰ ਦਿੱਤਾ ਗਿਆ। ਬਟ ਇਸ ਦੇ ਨੰਬਰ ਪੇਪਰ ਵਿੱਚੋਂ 142 ਸੀ। ਇਹ ਕੈਂਡੀਡੇਟ ਮੈਰਿਟ ਵਿੱਚੋਂ ਸਿਲੈਕਟ ਹੋ ਚੁੱਕਿਆ ਸੀ। ਠੀਕ ਇਸੇ ਤਰ੍ਹਾਂ ਇਹ ਥੱਲੇ ਜਿਹੜੇ ਰੀਜ਼ਨ ਦਿੱਤੇ ਹੋਏ ਹਨ ਤੁਸੀਂ ਪੜ੍ਹ ਸਕਦੇ ਹੋ। ਇਹ ਸਾਰੇ ਰੀਜ਼ਨ ਕੈਂਡੀਡੇਟਾਂ ਦੇ ਰਿਜੈਕਟਿਡ ਹੋਣ ਦੇ ਕਾਰਨ ਸਨ। ਦੇਖੋ ਦੋਸਤੋ, ਇਹ BC ਦਾ ਕੈਂਡੀਡੇਟ ਹੈ। ਇਹਦੇ ਵਿੱਚ ਰਿਜੈਕਸ਼ਨ ਲਿਸਟ ਕਾਫੀ ਲੰਬਾ ਲਿਖਿਆ, ਤੁਸੀਂ ਪੜ੍ਹ ਲੈਣਾ ਦੋਸਤੋ, ਠੀਕ ਹੈ। ਬਾਕੀ ਮੈਂ ਪੜ੍ਹ ਕੇ ਸੁਣਾ ਦਿੱਤਾ ਤੁਹਾਨੂੰ ਕਿ ਜਿਹੜਾ ਪਹਿਲਾ ਰੀਜ਼ਨ ਹੈਗਾ ਇਸ ਕਰਕੇ ਦਿੱਤਾ ਹੋਇਆ ਕਿ ਤੁਸੀਂ ਇਸ ਕਾਰਨ ਰਿਜੈਕਟ ਹੋਏ ਹੋ। ਓਕੇ ਦੋਸਤੋ, ਥੈਂਕ ਯੂ, ਤੁਸੀਂ ਸਮਝ ਗਏ ਹੋਣੇ।